आँख न मूंदो कान न रूंदो काया कष्ट न ਧਾਰੋ। ਹੁਣ ਜਿਹੜਾ ਅੱਖਾਂ ਨਹੀਂ ਮੀਟਦਾ ਹੈ, ਕੰਨ ਬੰਦ ਕਰਕੇ ਬੈਠਦਾ ਨਹੀਂ ਹੈ ਧਿਆਨ ਦੇ ਵਿੱਚ, ਕੋਈ ਯੋਗ ਨਹੀਂ ਕਰ ਰਿਹਾ, ਤਪੱਸਿਆ ਨਹੀਂ ਕਰ ਰਿਹਾ, ਸਹਿਜ ਹੈ, ਬਿਲਕੁਲ ਸਾਧਾਰਨ ਨਾਰਮਲ ਜੀਵਨ ਬਿਤਾ ਰਿਹਾ ਹੈ। ਤੁਸੀਂ ਉਹਨੂੰ ਬਾਹਰੋਂ ਸਿਆਣ ਵੀ ਨਹੀਂ ਸਕਦੇ ਹੋ, ਕਿਉਂਕਿ ਵਿਸ਼ੇਸ਼ ਤੌਰ 'ਤੇ ਤਾਂ ਉਹ ਕੁਛ ਕਰਦਾ ਹੀ ਨਹੀਂ। ਨਾ ਧਿਆਨ ਕਰਦਾ ਹੈ, ਨਾ ਜਪ ਕਰਦਾ ਹੈ। ਕਈ ਪੁੱਛ ਵੀ ਲੈਂਦੇ ਹਨ ਵੀ ਤੁਸੀਂ ਕੀ ਕਰਦੇ ਹੁੰਦੇ ਹੋ। ਕਈ ਸਾਧੂ ਮਹਾਤਮਾ ਪੁੱਛ ਲੈਂਦੇ ਕਿਹੜਾ ਧਿਆਨ ਕਰਦੇ। ਤੇ ਮੈਂ ਨੂੰ ਕਹਿਣਾ ਪੈਂਦਾ ਵੀ ਕੁਝ ਵੀ ਨਹੀਂ ਕਰਦਾ, ਕਰਨ ਵਾਲਾ ਰਿਹਾ ਨਹੀਂ। ਤੇ ਜਿਹੜਾ ਕਰ ਰਿਹਾ ਹੈ ਉਹ ਜੋ ਕੁਛ ਮਰਜ਼ੀ ਕਰੇ, ਆਪਾਂ ਨੂੰ ਕੋਈ ਲੈਣਾ ਦੇਣਾ ਹੀ ਨਹੀਂ। ਤੇ ਸਹਿਜ ਹੋ ਰਿਹਾ ਹੈ। ਤੇ ਬਾਹਰੋਂ ਅਗਰ ਤੁਸੀਂ ਦੇਖੋਗੇ ਤੇ ਬਹੁਤ ਭੁੱਲਾਂ ਚੁੱਕਾਂ ਹੁੰਦੀਆਂ ਹਨ ਜਾਗਰਤ ਪੁਰਸ਼ ਕੋ, ਕਿਉਂਕਿ ਜ਼ਿਆਦਾ ਧਿਆਨ ਨਹੀਂ ਦਿੰਦੇ ਹਨ ਬਾਹਰ ਦਾ। ਉਹ ਮਿਥਿਆ ਜਾਣਦੇ, ਝੂਠ ਜਾਣਦੇ। ਕੋਈ ਕੰਮ ਵੀ ਗਲਤ ਹੋ ਗਿਆ ਤਾਂ ਕੀ ਹੋਇਆ, ਕੋਈ ਵਿਗੜ ਗਿਆ, ਕੋਈ ਸੁਧਰ ਗਿਆ। ਦਰਅਸਲ ਉਹ ਸੰਸਾਰ ਪ੍ਰਤੀ ਇੰਨੇ ਸੀਰੀਅਸ ਨਹੀਂ ਹੁੰਦੇ ਹਨ, ਕਿਉਂਕਿ ਉਹ ਹਾਨੀ ਲਾਭ ਨਹੀਂ ਦੇਖਦੇ ਹਨ ਕੁਛ ਇਹਦੇ ਵਿੱਚ। ਇਸ ਕਰਕੇ ਗੰਭੀਰ ਨਹੀਂ ਹੁੰਦੇ ਹਨ ਉਹ ਸੰਸਾਰ ਪ੍ਰਤੀ। ਤੇ ਜਿਹੜਾ ਗੰਭੀਰ ਹੀ ਨਹੀਂ ਹੈ ਸੰਸਾਰ ਪ੍ਰਤੀ, ਤੋ ਉਹ ਤਾਂ ਫਿਰ ਬਿਲਕੁਲ ਹੀ ਸਹਿਜ ਹੋ ਜਾਂਦਾ। ਇਸ ਕਾਰਨ ਕਈ ਫੱਕੜ ਵੀ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਬੇਸ਼ੁੱਧ ਜਿਹਾ ਰਹਿਣ ਲੱਗ ਪਿਆ ਸੰਸਾਰ ਵੱਲ, ਖਬਰ ਹੀ ਨਹੀਂ ਹੋ, ਬੇਖਬਰ ਹੋ ਗਿਆ ਸੰਸਾਰ ਵੱਲ। ਹੁਣ ਅੰਦਰ ਦੀ ਖਬਰ ਲੱਗ ਗਈ ਨਾ ਤਾਂ ਸੰਸਾਰ ਵੱਲੋਂ ਬੇਖਬਰ। ਤੇ ਜਦੋਂ ਕੋਈ ਬਾਹਰੋਂ ਕੋਈ ਭੁੱਲ ਚੁੱਕ ਦੇਖਦਾ ਹੀ ਨਹੀਂ ਹੈ ਨਾ, ਉਹ ਹੀ ਸਮਰਪਿਤ ਹੋ ਪਾਉਂਦਾ ਹੈ। ਤੇ ਜਿਹੜਾ ਸਮਰਪਿਤ ਹੋ ਪਾਉਂਦਾ ਹੈ ਉਹ ਹੀ ਮਿਟਦਾ ਹੈ। ਤੇ ਸਮਰਪਿਤ ਇੱਕਦਮ ਨਹੀਂ ਹੋਵੇਗਾ, ਸਮਰਪਣ ਆਸਤੇ ਆਸਤੇ ਹੁੰਦਾ ਹੈ। ਆਸਤੇ ਆਸਤੇ ਸਹਿਜੇ ਸਹਿਜੇ ਪਤਾ ਲੱਗਦਾ ਹੈ ਵੀ ਅਸੀਂ ਜੋ ਬਾਹਰੋਂ ਦੇਖ ਰਹੇ ਹਾਂ ਇਹ ਬੰਦਾ ਉਹ ਨਹੀਂ ਹੈ, ਬਾਹਰਲਾ ਹੋਰ ਹੈ ਤੇ ਜੋ ਅੰਦਰ ਬੋਲਣ ਵਾਲਾ ਉਹ ਹੋਰ ਹੈ। ਉਹ ਵਾਸਤਵਿਕ ਹੈ, ਉਹ ਸੱਚ ਹੈ। ਤੇ ਸੱਚ ਨਾਲ ਜੁੜਨਾ ਹੈ ਤੇ ਝੂਠ ਨਾਲੋਂ ਧਿਆਨ ਹਟਾਉਣਾ ਹੈ। ਬਾਹਰਲਾ ਝੂਠ ਹੈ। ਤੇ ਪਹਿਲਾਂ
ਸੰਸਾਰ ਵੱਲੋਂ ਧਿਆਨ ਹਟਾਉਣਾ ਹੈ। ਫਿਰ ਜਿਹਦੇ ਸਹਾਰੇ ਸੰਸਾਰ ਵੱਲੋਂ ਧਿਆਨ ਹਟਿਆ ਹੈ, ਉਹ ਸਹਾਰਾ ਵੀ ਛੱਡਣਾ ਹੈ। ਪਰ ਪਹਿਲਾਂ ਸੰਸਾਰ ਵੱਲੋਂ ਜਿਨ੍ਹਾਂ ਦਾ ਹਟ ਰਿਹਾ ਹੈ। ਇੱਕ ਗੁਰਮੁਖ ਪਿਆਰੇ ਨੇ ਵੀ ਕੱਲ੍ਹ ਆਡੀਓ ਰਿਕਾਰਡਿੰਗ ਰਾਹੀਂ ਪੁੱਛਿਆ ਸੀ ਵੀ ਮੈਂ ਇੱਥੇ ਕੰਮ ਕਰ ਲਾਂ ਘਰੇ ਰਹਿ ਕੇ ਕੋਈ ਕਿ ਜਾਂ ਤੁਹਾਡੇ ਕੋਲ ਆ ਕੇ ਸੇਵਾ ਕਰਾਂ। ਉਹ ਇੱਥੇ ਰਹਿ ਕੇ ਪਹਿਲਾਂ ਕਰ ਵੀ ਗਿਆ ਹੈ ਸੇਵਾ, ਅਤੇ ਕਹਿੰਦਾ ਹੈ ਵੀ ਮੇਰਾ ਮਨ ਤਾਂ ਠੀਕ ਹੈ, ਸ਼ਾਂਤ ਹੈ, ਬਹੁਤਾ ਭੱਜਦਾ ਨੱਠਦਾ ਨਹੀਂ। ਅਗਰ ਮਨ ਸ਼ਾਂਤ ਹੈ, ਬਹੁਤਾ ਵਿਕਾਰਾਂ ਦੇ ਵਿੱਚ ਉਲਝਦਾ ਨਹੀਂ ਹੈ, ਸੰਸਾਰ ਦੇ ਵਿੱਚ ਜ਼ਿਆਦਾ ਉਲਝਦਾ ਨਹੀਂ ਹੈ, ਅਤੇ ਫਿਰ ਇੱਥੇ ਰਹਿ ਕੇ ਹੀ ਕੰਮ ਕਰੋ। ਇਹ ਮੈਂ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਵੀ ਜਦੋਂ ਤੁਹਾਡਾ ਮਨ ਸ਼ਾਂਤ ਹੁੰਦਾ ਹੈ, ਬਹੁਤਾ ਸੰਸਾਰ ਦੇ ਵਿੱਚ ਉਲਝਿਆ ਹੋਇਆ ਨਹੀਂ ਹੈ, ਬਹੁਤੀਆਂ ਵਾਸ਼ਨਾਵਾਂ ਕਾਮਨਾ ਨਹੀਂ ਘੇਰ ਰਹੀਆਂ ਹਨ, ਅਤੇ ਤੁਸੀਂ ਆਪਣੇ ਪਰਿਵਾਰ ਦੀ ਪਰਵਰਿਸ਼ ਕਰੋ, ਕੰਮ ਕਰੋ, ਧੰਦਾ ਕਰੋ। ਹਾਂ, ਜਦੋਂ ਜ਼ਿਆਦਾ ਹੀ ਉਲਝ ਜਾਵੇ, ਮਨ ਫਸ ਜਾਵੇ, ਤੁਸੀਂ ਖਿਆਲ ਤਾਂ ਕਰ ਹੀ ਸਕਦੇ ਹੋ ਜਿਹੜੇ ਮਨ ਨੂੰ ਦੇਖ ਰਹੇ ਹਨ ਵੀ ਜ਼ਿਆਦਾ ਉਲਝ ਗਿਆ, ਜ਼ਿਆਦਾ ਫਸ ਗਿਆ, ਤਾਂ ਉਦੋਂ ਕੁਛ ਸਮੇਂ ਵਾਸਤੇ, ਕੁਛ ਦਿਨਾਂ ਵਾਸਤੇ ਇੱਥੇ ਆ ਜਾਓ। ਜਿਵੇਂ ਐਵੇਂ ਕਹਿ ਲਈਏ ਵੀ ਜ਼ਿਆਦਾ ਬਿਮਾਰ ਹੋਵੇ ਆਦਮੀ ਤਾਂ ਹੌਸਪੀਟਲ 'ਚ ਦਾਖਲ ਕਰ ਲਓ, ਅਤੇ ਦਾਖਲ ਹੋ ਗਿਆ ਹੌਸਪੀਟਲ ਦੇ ਵਿੱਚ ਅਤੇ ਫਿਰ ਨਾਰਮਲ ਹੋ ਜਾਂਦਾ। ਅਤੇ ਜਦੋਂ ਥੋੜ੍ਹਾ ਜਿਹਾ ਫਿਰ ਨਾਰਮਲ ਹੋ ਗਏ, ਮਨ ਸ਼ਾਂਤ ਹੋ ਗਿਆ, ਅਤੇ ਫਿਰ ਤੁਸੀਂ ਜਾ ਸਕਦੇ। ਪਰ ਜਿਹੜੇ ਜਵਾਨੀ ਤੋਂ ਅੱਗੇ ਲੰਘ ਗਏ ਹਨ, ਅਤੇ ਉਹਨਾਂ ਨੂੰ ਤਾਂ ਪੂਰਾ ਦਾ ਪੂਰਾ ਹੀ ਹਟਾਉਣਾ ਹੈ ਨਾ ਮਨ ਨੂੰ। ਜਿਹੜੇ ਜਵਾਨ ਹਨ ਤਾਂ ਉਹਨਾਂ ਨੇ ਸੰਸਾਰ ਵੀ ਦੇਖਣਾ ਹੈ, ਕਿਉਂਕਿ ਸੰਸਾਰ ਦੇਖਣਾ ਵੀ ਜ਼ਰੂਰੀ ਹੈ, ਭੋਗਣਾ ਵੀ ਜ਼ਰੂਰੀ ਹੈ। ਤੋ ਸਾਰੀਆਂ ਪਰੇਸ਼ਾਨੀਆਂ ਵੀ ਦੇਖਣਗੇ, ਭੋਗਣਗੇ, ਜਾਣਨਗੇ। ਅਤੇ ਜਵਾਨੀ ਤੋਂ ਬਾਅਦ ਫਿਰ ਪੂਰਾ ਦਾ ਪੂਰਾ ਹੀ ਮਨ ਕੱਢਣਾ ਹੈ। ਜਿਹੜਾ ਲੱਗਾ ਰਿਹਾ ਹੈ ਜਵਾਨੀ 'ਚ, ਉਹਦਾ ਸਖਾਲਾ ਨਿਕਲ ਜਾਂਦਾ ਹੈ। ਇਹੋ ਹੀ ਮੈਂ ਅਕਸਰ ਕਹਿਣਾ ਹੈ ਵੀ ਜਵਾਨੀ 'ਚ ਅਗਰ ਤੁਸੀਂ ਲੱਗੇ ਹੋਏ, ਸੁਣ ਰਹੇ ਹੋ, ਥੋੜ੍ਹਾ ਥੋੜ੍ਹਾ ਕਰਦੇ, ਕੰਮ ਧੰਦੇ ਵੀ ਕਰ ਰਹੇ ਹੋ, ਉਪਜੀਵਕਾ ਕਮਾ ਰਹੇ ਹੋ, ਅਤੇ ਧੀਰੇ ਧੀਰੇ ਤੁਹਾਡੇ 'ਤੇ ਉਹ ਅਸਰ ਜਾਰੀ ਰਹੇਗਾ। ਅਤੇ ਜਦੋਂ ਜਵਾਨੀ ਨਿਕਲ ਗਈ ਅਤੇ ਫਿਰ ਤੁਸੀਂ ਖਿਆਲ ਕਰਿਓ ਵੀ ਹੁਣ ਪੂਰਾ ਦਾ ਪੂਰਾ ਹੀ ਨਿਕਲਣਾ ਹੈ। ਸੰਸਾਰ ਦੇਖ ਲਿਆ, ਪਰਿਵਾਰ ਦੇਖ ਲਿਆ, ਬੱਚੇ ਪਾਲ ਲਏ, ਬਸ ਕਾਰੋਬਾਰ ਕਰ ਲਏ, ਹੁਣ ਆਪਣਾ ਕੰਮ ਨਿਬੜ ਗਿਆ, ਅਤੇ ਤੁਸੀਂ ਵਾਪਸ ਆਪਣੇ ਨਿੱਜ ਘਰ ਵੱਲ ਨੂੰ ਜਾਣ ਦੀ ਤਿਆਰੀ ਕਰ ਸਕਦੇ ਹੋ, ਅਸਲੀ ਘਰ ਵੱਲ ਨੂੰ, ਜਿਸ ਘਰ ਤੋਂ ਰਹਿਣਾ ਬਸ ਸੋ ਕਰਦਾ ਹੋ ਬਸ। ਫਿਰ ਤੁਸੀਂ ਤਿਆਰੀ ਕਰੋ, ਫਿਰ ਨਾ ਟਾਈਮ ਇੱਧਰ ਗੁਜ਼ਾਰੋ, ਫਿਰ ਨਿਕਲੋ ਜਿੰਨਾ ਹੋ ਸਕਦਾ ਹੈ ਛੇਤੀ, ਕਿਉਂਕਿ ਮੌਤ ਦਾ ਤਾਂ ਪਤਾ ਨਹੀਂ, ਪਹਿਲਾਂ ਆ ਜਾਵੇ। ਪਤਾ ਤਾਂ ਜਵਾਨੀ 'ਚ ਵੀ ਨਹੀਂ ਹੈ, ਚਲੋ ਫਿਰ ਵੀ ਖਿਆਲ ਹੁੰਦਾ ਹੈ ਜਵਾਨ ਨੂੰ ਵੀ ਜੀ ਸਕਦਾ, ਪਰ ਜਦੋਂ ਬੁਢੇਪਾ ਹੀ ਸ਼ੁਰੂ ਹੋ ਗਿਆ ਫਿਰ ਤਾਂ ਅੱਗੇ ਮੌਤ ਹੀ ਹੈ ਨਾ। ਅਤੇ ਮੌਤ ਤੋਂ ਪਹਿਲਾਂ ਪਹਿਲਾਂ ਸੰਸਾਰ ਵਿੱਚੋਂ ਧਿਆਨ ਕੱਢ ਲਓ, ਸੁਰਤ ਨੂੰ ਕੱਢ ਲਓ, ਅਤੇ ਸੰਸਾਰ ਤੋਂ ਤੁਸੀਂ ਮੁਕਤ ਹੋ ਜਾਓਗੇ। ਅਤੇ ਉਹਨਾਂ ਵਾਸਤੇ ਹੈ ਜ਼ਿਆਦਾ ਜ਼ਰੂਰੀ ਜਿਹੜੇ ਹੁਣ ਜਵਾਨੀ ਤੋਂ ਅੱਗੇ ਲੰਘ ਚੁੱਕੇ ਹਨ, ਬੁਢੇਪਾ ਆ ਰਿਹਾ ਹੈ, ਵੀ ਉਹ ਧਿਆਨ ਨੂੰ ਆਪਣੇ ਨੂੰ ਸੰਕੋਚਣ, ਜਿੰਨਾ ਵੀ ਛੇਤੀ ਹੋ ਸਕਦਾ ਹੈ ਧਿਆਨ ਨੂੰ ਕੱਢ ਲੈਣ, ਕਿਉਂਕਿ ਕੱਢਣ ਨੂੰ ਵੀ ਟਾਈਮ ਲੱਗਦਾ, ਇੱਕਦਮ ਨਹੀਂ ਨਿਕਲਦਾ ਹੈ ਧਿਆਨ, ਆਸਤੇ 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 ਬਹੁਤ ਸਮੇਂ ਲੱਗ ਜਾਂਦਾ ਹੈ। ਦੇਖੋ ਸਾਲਾਂ ਬੱਧੀ ਲੱਗ ਗਏ ਜਿਹੜੇ
ਲਗਾਤਾਰ ਵੀ ਸੰਸਾਰ ਤੋਂ ਦੂਰ ਬੈਠੇ ਸਨ, ਰਹਿੰਦੇ ਸਨ, ਉਹਨਾਂ ਨੂੰ ਕਿੰਨਾ ਕਿੰਨਾ ਸਮਾਂ ਲੱਗ ਗਿਆ ਧਿਆਨ ਨੂੰ ਕੱਢਣ, ਸੁਰਤ ਨੂੰ। ਐਡੀ ਛੇਤੀ ਨਿਕਲਦੀ ਨਹੀਂ ਨਾ, ਫਸ ਜਾਂਦੀ, ਫਿਰ ਫਸ ਜਾਂਦੀ, ਕੱਢੋ ਫਿਰ ਫਸ ਜਾਂਦੀ। ਫਿਰ ਦੂਸਰੀ ਗੱਲ ਹੈ ਜਿਹਦੀ ਟੋਟਲ ਹੀ ਨਿਕਲ ਗਈ ਸੁਰਤ ਸੰਸਾਰ ਵਿੱਚੋਂ, ਫਿਰ ਉਹਨੂੰ ਸਮੱਸਿਆ ਨਹੀਂ ਹੈ, ਉਹ ਕਿਤੇ ਵੀ ਰਵੇ, ਨਿਕਲ ਹੀ ਗਈ। ਪਰ ਜਿੰਨਾ ਚਿਰ ਨਿਕਲੀ ਨਹੀਂ ਹੈ ਫਿਰ ਫਸ ਜਾਂਦੀ ਹੈ, ਫਿਰ ਯਾਦ ਆ ਜਾਂਦੀ ਹੈ, ਫਿਰ ਵਿਚਾਰ ਚੱਲ ਪੈਂਦੇ ਹਨ, ਫਿਰ ਸੋਚ ਚੱਲ ਪੈਂਦੀ ਹੈ, ਖਿਆਲ ਚੱਲ ਪੈਂਦੇ ਸੰਸਾਰ ਦੇ, ਅਤੇ ਇਹਦਾ ਮਤਲਬ ਨਿਕਲੇ ਨਹੀਂ ਹੈ, ਤਾਂ ਉਹਨੂੰ ਖਤਰਾ ਹੈ, ਤਾਂ ਉਹਨੂੰ ਸੁਚੇਤ ਰਹਿਣ ਦੀ ਲੋੜ ਹੈ। ਵੀ ਸੰਸਾਰ ਦੇ ਵਿੱਚ ਉਲਝ ਨਾ ਜਾਏ, ਜਿੰਨਾ ਵੀ ਹੋ ਸਕਦਾ ਹੈ ਪਾਸੇ ਰਵੇ, ਸਾਈਡ 'ਤੇ ਰਵੇ। ਅਤੇ ਥੋੜ੍ਹਾ ਥੋੜ੍ਹਾ ਪਾਸੇ ਹੋ ਜਾਣਾ ਵੀ ਸਹੀ ਹੈ। ਜਿੱਥੇ ਸੁਰਤ ਉਲਝ ਰਹੀ ਹੋਵੇ, ਕਈ ਮਜਬੂਰੀਆਂ ਦੇ ਕਰਕੇ ਪਾਸੇ ਹੋ ਨਹੀਂ ਪਾਉਂਦੇ ਹਨ, ਸੰਸਾਰਿਕ ਬੰਧਨ ਹਨ, ਪਰਿਵਾਰਿਕ ਬੰਧਨ ਹਨ, ਜਿਵੇਂ ਮਾਈ ਨੇ ਵੀ ਦੱਸਿਆ। ਪਰ ਨਹੀਂ ਹੋ ਸਕਦੇ ਤੁਸੀਂ ਤਾਂ ਸਵੀਕਾਰ ਕਰੋ, ਉਹ ਸਵੀਕਾਰ ਭਾਵ ਦੇ ਵਿੱਚ ਹੀ ਫਿਰ ਜੀਓ। ਅਤੇ ਜਦੋਂ ਪਰਮਾਤਮਾ ਚਾਹੇਗਾ ਤੁਹਾਨੂੰ, ਤਾਂ ਉਦੋਂ ਤੁਸੀਂ ਸਹਿਜ ਹੀ ਨਿਕਲ ਆਓਗੇ। ਫਿਰ ਜ਼ਰੂਰੀ ਨਹੀਂ ਹੈ ਵੀ ਸੰਸਾਰ 'ਚੋਂ, ਸਮਾਜ 'ਚੋਂ ਨਿਕਲ ਕੇ ਹੀ ਤੁਸੀਂ ਧਿਆਨ ਮੁਕਤ ਹੋ ਸਕਦੇ ਹੋ, ਵਿੱਚ ਰਹਿ ਕੇ ਵੀ ਹੋ ਸਕਦੇ ਹੋ, ਪਰ ਵਿੱਚ ਰਹਿ ਕੇ ਥੋੜ੍ਹੀ ਕਠਿਨਾਈ ਜ਼ਰੂਰ ਹੋਵੇਗੀ ਸੰਸਾਰ ਦੇ ਵਿੱਚ। ਜਿਵੇਂ ਇਸ ਮਾਈ ਨੂੰ ਹੋ ਰਹੀ ਹੈ, ਮਾਈ ਨੂੰ ਤਾਂ ਕਿਉਂ ਹੋਣੀ ਹੈ, ਪਰਿਵਾਰ ਨੂੰ ਹੋ ਰਹੀ ਹੈ, ਇੱਦਾਂ ਹੀ ਹਰ ਇੱਕ ਦੇ ਪਰਿਵਾਰ ਨੂੰ ਹੋ ਸਕਦੀ ਹੈ। ਅਗਰ ਕੋਈ ਧਿਆਨ ਦੇ ਵਿੱਚ ਬੈਠ ਗਿਆ, ਧਿਆਨ ਦੇ ਵਿੱਚ ਰਹਿਣ ਲੱਗ ਪਿਆ, ਹਾਂ ਅਗਰ ਕੋਈ ਸਹਿਯੋਗ ਕਰਨ ਲੱਗ ਜਾਵੇ ਵੀ ਠੀਕ ਹੈ, ਵੀ ਵਧੀਆ ਇਹ ਧਿਆਨ ਦੇ ਵਿੱਚ ਬੈਠਦੇ ਆ ਜਾਂ ਬੈਠਦੀ ਹੈ, ਵੀ ਸਹਿਯੋਗ ਕਰਨਾ, ਵੀ ਪਰਮਾਤਮਾ ਦਾ ਧਿਆਨ ਕਰ ਰਿਹਾ, ਫਿਰ ਤਾਂ ਉਹਨੂੰ ਵੀ ਲਾਭ ਹੈ ਜਿਹੜਾ ਸਹਿਯੋਗ ਕਰੇਗਾ। ਪਰ ਸੰਸਾਰ 'ਚ, ਸਮਾਜ 'ਚ ਰਹਿੰਦਿਆਂ ਹੋਇਆਂ ਐਸਾ ਕਰਨਾ ਬਹੁਤ ਕਠਿਨ ਹੈ, ਕਿਉਂਕਿ ਸਾਰਿਆਂ ਨਾਲੋਂ ਨਾਤਾ ਤੋੜਨਾ ਆਦਮੀ ਚਾਹੁੰਦਾ ਨਹੀਂ, ਸੰਸਾਰ ਨੂੰ ਤਿਆਗਣਾ, ਛੱਡਣਾ, ਇਸੇ ਕਰਕੇ ਮਰਨਾ ਨਹੀਂ ਚਾਹੁੰਦਾ। ਸੰਸਾਰ ਤੋਂ ਮੁਕਤੀ ਦਾ ਅਰਥ ਇਹੋ ਹੀ ਹੈ। ਮੁਕਤ ਦਾ ਕੀ ਭਾਵ ਹੁੰਦਾ ਹੈ? ਮੁਕਤ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਤੋਂ ਤੁਸੀਂ ਨਿਕਲ ਗਏ ਬਾਹਰ, ਮੁਕਤ ਹੋ ਗਏ, ਉਹ ਚੀਜ਼ ਨਹੀਂ ਰਹਿ ਗਈ ਵਿੱਚ, ਉਸ ਚੀਜ਼ ਦੇ ਵਿੱਚ ਨਹੀਂ ਰਹਿ ਗਏ ਤੁਸੀਂ, ਸੰਸਾਰ ਦੇ ਵਿੱਚ ਨਹੀਂ ਰਹਿ ਜਾਂਦਾ ਹੈ ਮੁਕਤ ਪੁਰਸ਼। ਦਿਖਦਾ ਤਾਂ ਵਿੱਚ ਹੀ ਹੈ ਸਰੀਰ ਕਰਕੇ, ਪਰ ਸੁਰਤ ਕਰਕੇ ਉਹ ਬਾਹਰ ਹੁੰਦਾ ਹੈ, ਸਰੀਰ ਕਰਕੇ ਉਹ ਵਿੱਚ ਹੁੰਦਾ ਹੈ। ਸਰੀਰ ਕਰਕੇ ਤੁਸੀਂ ਉਹਨੂੰ ਦੇਖਦੇ ਹੋ, ਸੁਰਤ ਕਰਕੇ ਉਹਨੂੰ ਦੇਖਦੇ ਨਹੀਂ ਹੋ ਤੁਸੀਂ। ਹਾਂ, ਤੁਸੀਂ ਵੀ ਜਦੋਂ ਮੁਕਤ ਹੋ ਗਏ ਤੁਸੀਂ ਵੀ ਦੇਖੋਗੇ ਕਿ ਸੁਰਤ ਕਰਕੇ ਤਾਂ ਅਸੀਂ ਇੱਕ ਹਾਂ, ਸਰੀਰ ਕਰਕੇ ਦੋ ਹਾਂ। ਸਰੀਰ ਭਿੰਨ ਭਿੰਨ ਹੈ, ਇੱਕੋ ਹੀ ਅਨੇਕ ਰੂਪ ਧਾਰਨ ਕਰਕੇ ਬੈਠਾ ਹੋਇਆ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਪਰ ਇਹ ਕਹਿਣ ਦੀਆਂ ਗੱਲਾਂ ਨਹੀਂ, ਇੱਦਾਂ ਤੁਸੀਂ ਸੋਚ ਲਓ, ਤੁਹਾਡਾ ਮਨ ਸ਼ਾਂਤ ਥੋੜ੍ਹੀ ਹੋ ਜਾਣਾ ਵੀ ਇੱਕੋ ਹੀ ਹੈ ਸਾਰੇ। ਵਿਚਾਰ ਤਾਂ ਫਿਰ ਵੀ ਚੱਲ ਹੀ ਰਹੇ, ਅਤੇ ਵਿਚਾਰਾਂ ਤੋਂ ਮੁਕਤ ਹੋਣਾ ਹੈ, ਸੋਚ ਤੋਂ ਮੁਕਤ ਹੋਣਾ ਹੈ, ਅਤੇ ਧਿਆਨ ਦਾ ਮਾਰਗ ਵੀ ਹੈ, ਪਰ ਕਠਿਨ ਤਾਂ ਹੈ ਹੀ। ਧਿਆਨ ਦੇ ਮਾਰਗ 'ਤੇ ਵੀ ਕੋਈ ਚੱਲ ਸਕਦਾ ਹੈ, ਅਤੇ ਇਸ ਭਗਤੀ ਦੇ ਮਾਰਗ 'ਤੇ ਵੀ ਕੋਈ ਜਾ ਸਕਦਾ ਹੈ, ਪਰ ਭਗਤੀ ਦੇ ਵਿੱਚ ਇਹੋ ਹੀ ਹੈ
ਵੀ ਬਾਹਰੋਂ ਕੋਈ ਗਲਤੀ ਨਹੀਂ ਦੇਖਣੀ। ਭਗਤ ਕੋਈ ਗਲਤੀ ਥੋੜ੍ਹੀ ਦੇਖਦਾ ਹੈ ਪਰਮਾਤਮਾ ਦੇ ਵਿੱਚ, ਵੀ ਪਰਮਾਤਮਾ ਕੁਛ ਗਲਤ ਕਰ ਰਿਹਾ ਹੈ। ਗਿਆਨੀ ਦੇਖਦਾ ਹੈ, ਇਸ ਕਰਕੇ ਗਿਆਨੀ ਬਾਹਰ ਨੂੰ ਛੱਡਦਾ ਹੈ। ਭਗਤ ਨਹੀਂ, ਭਗਤ ਗਲਤੀ ਦੇਖਦਾ ਹੀ ਨਹੀਂ, ਉਹ ਕਹਿੰਦਾ ਸਭ ਠੀਕ ਹੋ ਰਿਹਾ, ਸਭ ਵਧੀਆ ਹੋ ਰਿਹਾ। ਇਸ ਕਰਕੇ ਜਿਹੜਾ ਗਲਤੀ ਨਹੀਂ ਦੇਖਦਾ ਹੈ ਉਹ ਫਿਰ ਲੀਨ ਹੁੰਦਾ ਜਾਂਦਾ, ਗਲਤ 'ਤੇ ਮਨ ਚੱਲਦਾ ਹੈ। ਅਤੇ ਜਿਹੜਾ ਸਵੀਕਾਰ ਕਰਦਾ ਹੈ, ਅਗਰ ਇੱਕ ਨੂੰ ਤੁਸੀਂ ਸਵੀਕਾਰ ਕਰ ਲਿਆ, ਇੱਕ 'ਚ ਨਾ ਗਲਤੀ ਦੇਖੀ, ਪੂਰਨ ਤੌਰ 'ਤੇ ਸਵੀਕਾਰ ਕਰ ਲਿਆ ਅਤੇ ਮਿਟ ਗਏ ਅਤੇ ਫਿਰ ਤੁਹਾਨੂੰ ਪਤਾ ਲੱਗਣਾ। ਦੁਖ ਨਾਹੀਂ ਸਭ ਸੁਖ ਹੀ ਹੈ ਰੇ, ਹਾਰ ਨਾਹੀਂ ਸਭ ਜੇਤੇ, ਬੁਰਾ ਨਾਹੀਂ ਸਭ ਭਲਾ ਹੀ ਹੈ ਰੇ। ਏਕਾ ਏਕੀ ਨੀਤ, ਇੱਕੋ ਦੀ ਨੀਅਤ ਕੰਮ ਕਰ ਰਹੀ ਹੈ ਅਤੇ ਬੁਰਾ ਹੋ ਕਿਵੇਂ ਸਕਦਾ? ਤੁਸੀਂ ਸੋਚ ਲੈਂਦੇ ਹੋ, ਦੇਖੋ ਭਲੇ ਪੁਰਸ਼ 'ਚ ਵੀ ਬੁਰਾ ਸੋਚ ਲੈਂਦੇ ਹੋ ਤੁਸੀਂ। ਇੱਥੇ ਕਿਹਾ ਜਾਂਦਾ ਹੈ ਬੁਰੇ 'ਚ ਵੀ ਬੁਰਾ ਨਹੀਂ, ਉਹ 'ਚ ਵੀ ਪਰਮਾਤਮਾ ਹੀ, ਉਹ 'ਚ ਵੀ ਪਰਮਾਤਮਾ ਹੀ, ਉਹ 'ਚ ਵੀ ਪਰਮਾਤਮਾ।